ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ। ਅੱਲਾ ਅਵਲ ਦੀਨ ਕੋ ਸਾਹਿਬ, ਜੋਰ ਨਹੀਂ ਫੁਰਮਾਵੈ। ਕਾਜੀ ਬੋਲਿਆ ਬਨ ਨਹੀਂ ਆਵੈ। ਰਹਾਉ ਰੋਜ਼ਾ ਧਰੈ ਨਿਵਾਜ਼ ਗੁਜ਼ਾਰੈ, ਕਲਮਾ ਪਿਸਤ ਨਾ ਹੋਈ। 70 ਕਾਬਾ ਘਟ ਹੀ ਭੀਤਰ, ਜੇ ਕਰ ਜਾਣੈ ਕੋਈ। ਨਿਵਾਜ਼ ਕਸੋਈ ਜੋ ਨਿਆਉ ਵਿਚਾਰੈ, ਕਲਮਾ ਅਕਲੈ ਜਾਣੈ। ਪਾਂਚੋ ਮੁਸ ਮੁਸੱਲਾ ਬਿਛਾਵੈ, ਤਬ ਤਉ ਦੀਨ ਪਛਾਨੈ। ਖਸਮ ਪਛਾਨ ਤਰਸ ਕਰ ਜੀ ਮਹਿ, ਮਾਰ ਮਣੀ ਕਰ ਫੀਕੀ। ਆਪ ਜਨਾਏ ਅਵਰ ਕਉ ਜਾਣੈ, ਤਬ ਹੋਏ ਭਿਸਤ ਸਰੀਕੀ। ਮਾਟੀ ਏਕ ਭੇਖ ਧਰ ਨਾਨਾ, ਤਾ ਮਹਿ ਬ੍ਰਹਮ ਪਛਾਨਾ। ਕਹਿ ਕਬੀਰਾ ਭਿਸਤ ਛੋੜ ਕਰ, ਦੋਜ਼ਕ ਸਿਉ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋਂ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਉਹਨਾਂ ਲੋਕਾਂ ਨੂੰ ਸਮਝਾ ਰਹੇ ਨੇ, ਜਿਹੜੇ ਧਰਮ ਦਾ ਬਾਣਾ ਪਾ ਕੇ, ਜਿਹੜੇ ਧਰਮ ਦਾ ਪਹਿਰਾਵਾ ਪਾ ਕੇ ਤੇ ਰਾਜਸੀ ਭਾਸ਼ਾ ਬੋਲਦੇ ਨੇ। ਭਾਵ ਹੱਥ ਦੇ ਵਿੱਚ ਪਵਿੱਤਰ ਜਿਹੜੀ ਉਹ ਕੁਰਾਨ ਫੜੀ ਹੋਈ ਹੈ, ਆਇਤਾਂ ਜਿਹੜੀਆਂ ਉਹ ਕੁਰਾਨ ਦੀਆਂ ਪੜ੍ਹਦੇ ਨੇ, ਪਰ ਜਿਹੜਾ ਫੈਸਲਾ ਹੈ ਉਹ ਰਿਸ਼ਵਤਖੋਰੀ ਦੇ ਨਾਲ ਰਾਜਸੀ ਪ੍ਰਬੰਧ ਦੇ ਹੇਠ ਆਪਣਾ ਆ ਕੇ ਸੁਣਾ ਦਿੰਦੇ ਨੇ। ਕਬੀਰ ਸਾਹਿਬ ਕਹਿਣ ਲੱਗੇ, ਕਾਜੀ ਜੀ ਅਸੀਂ ਤੇ ਸਧਾਰਨ ਜੇ ਲੋਕ ਹਾਂ, ਸਾਡੀ ਰਾਜਿਆਂ ਦੇ ਨਾਲ ਨਹੀਂ ਬਣਦੀ, ਸਾਡੀ ਬਹੁਤੇ ਵੱਡਿਆਂ ਲੋਕਾਂ ਨਾਲ ਨਹੀਂ ਬਣਦੀ। ਪਰ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਸਧਾਰਨ ਹੁੰਦੇ ਹੋਏ ਵੀ ਪਰਮਾਤਮਾ ਦੀ ਬੰਦਗੀ, ਉਹਦੀ ਇਬਾਦਤ ਕਰਦੇ ਹਾਂ। ਕਹਿਣ ਲੱਗੇ ਤੁਸੀਂ ਕੇਵਲ ਤੇ ਕੇਵਲ ਰੱਬ ਦੇ ਘਰ ਦੀਆਂ ਗੱਲਾਂ ਕਰਦੇ ਜੇ, ਤੇ ਯਾਦ ਰੱਖਿਓ ਗੱਲਾਂ ਕਰਨ ਦੇ ਨਾਲ ਕਦੀ ਵੀ ਬਹਿਸ਼ਤ ਨਹੀਂ ਮਿਲਣਾ। ਬਹਿਸ਼ਤ ਜਿਹੜੇ ਮੁਸਲਮਾਨ ਸਵਰਗ ਨੂੰ ਕਹਿੰਦੇ ਨੇ। ਕਹਿਣ ਲੱਗੇ ਇਹ ਤੁਹਾਨੂੰ ਬਹਿਸ਼ਤ ਜਿਹੜਾ ਹੈ ਇਹ ਗੱਲਾਂ ਦੇ ਨਾਲ ਨਹੀਂ, ਉਸ ਅੱਲਾਹ ਤਾਲਾ ਦੇ ਘਰ ਦੇ ਵਿੱਚ ਤੁਸੀਂ ਗੱਲਾਂ ਦੇ ਨਾਲ ਨਹੀਂ ਪਹੁੰਚ ਸਕੋਗੇ। ਜਿੰਨਾ ਚਿਰ ਤੁਹਾਡੀ ਕਰਨੀ ਪ੍ਰਧਾਨ ਨਾ ਹੋਈ, ਜਿੰਨਾ ਚਿਰ ਤੁਹਾਡਾ ਜੀਵਨ ਉਹੋ ਜਿਹਾ ਨਾ ਹੋਇਆ, ਉਹਨਾਂ ਚਿਰ ਗੱਲਾਂ ਦੇ ਨਾਲ ਕੁਛ ਵੀ ਜਿਹੜਾ ਹੈ ਉਹ ਫਰਕ ਨਹੀਂ ਪਵੇਗਾ। ਅੱਜ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਾਜੀ ਬੋਲਿਆ ਬਨ ਨਹੀਂ ਆਵੈ। ਕਹਿਣ ਲੱਗੇ ਹੇ ਕਾਜੀ ਜੀ, ਤੁਹਾਡਾ ਬੋਲਿਆ ਜਿਹੜਾ ਹੈ ਉਹ ਰੱਬ ਦੇ ਨਾਲ ਗੰਢ ਸੰਡ ਨਹੀਂ ਕਰ ਸਕਦਾ। ਭਾਵ ਤੁਹਾਡੀਆਂ ਨਿਰੀਆਂ ਗੱਲਾਂ ਜਿਹੜੀਆਂ ਨੇ ਉਹ ਵੇਖਣ ਨੂੰ ਤੇ ਧਰਮ ਦਾ ਪਹਿਰਾਵਾ ਹੈ, ਵੇਖਣ ਨੂੰ ਤੇ ਤੁਸੀਂ ਧਰਮ ਦੇ ਆਗੂ ਲੱਗਦੇ ਜੇ, ਪਰ ਬਾਹਰੀ ਗੱਲਾਂ ਕਰਨ ਦੇ ਨਾਲ ਮਨੁੱਖ ਕਦੀ ਅੰਦਰ ਦਾ ਧਰਮੀ ਨਹੀਂ ਬਣ ਸਕਦਾ। ਯਾਦ ਰੱਖਿਓ
गुरु ग्रंथ साहिब महाराज जी की बाणी ने भेख नूं कदी प्रवान नहीं किया। जे बाहरी भेख केवल तो केवल धर्म का है, अंदर धर्म की कोई गल नहीं, तो सतगुरां दी अमृत बाणी कहती है, कह लगे कि ये केवल तो केवल इयों है कि जिवें मनुख ने अपने तन के उत्ते कोई भेख कोई पहरावा धारण किया होवे। तो इस गल नूं गुरु नानक साहब ने जिथे भी गए ना उत्थे ही स्पष्ट किया। चलो अज काजी की गल आई है, आप एक सुल्तानपुर की घटना लै लैने। जिस वेले गुरु नानक साहब वेई चों बाहर आए ना, तो गुरु नानक साहब महाराज जी किते नहीं गए, ना भैन ना नानकी दे घरे गए, ना अपने घरे गए, ना नवाब दे कोल गए, ना मोदी खाने दे कोल विच गए। सतगुरु सीधे ही शमशान भूमि दे विच जांदे ने, उत्थे जाके ये बचन उचारण करते हैं कि ना को हिंदू ना मुसलमान। इहदा भाव से ना कोई हिंदू है ना कोई मुसलमान है। ये याद रखो, एक पंक्ति आउंदी है गां आउणी है, भगत कबीर साहब का बचन है, ना हम हिंदू ना मुसलमान। उत्थे हम इत्थे को इन्ना क समझण वाला फर्क है। जिस वेले इस गल का पता लगा तो हुण जिहड़े चमचे सन नवाब दे, उन्होंने जाके शिकायत करती, नवाब साहब तुहाडा मोदी 3 दिन लब्भा नहीं, जे लब्भा है तो आण के मसाणा दे विच बह के कहिंदा ना कोई हिंदू है ना कोई मुसलमान है। आखिर गुरु नानक साहब नूं बुलाया गया, मैं गल नेड़े रखा। नवाब दे कोल जिस वेले आए, आण के नवाब ने कुछ सवाल कीते, मेरे सतगुरां ने उन्हां दा जिहड़ा सी बा दलील जवाब दिता। जो सतगुरां ने यह गल कही कि साडे वास्ते कोई हिंदू नहीं कोई मुसलमान नहीं, सारे एक रब दे बनाए हुए बंदे ने, वो इस्लाम मत है। उत्थे फिर काजी बोले, काजी भड़के कहन लगे तुसीं कहिंदे जे हिंदू तो मुसलमान बराबर ने। सतगुरु कहन लगे बिल्कुल। कहिंदे तुसीं इदां करो, तुसीं खत्तरी जे कि साडे नाल जिहड़ी है वो नमाज अदा कर सकदे जे जाके मसीत दे विच। सतगुरु कहन लगे हाँ मैनूं कोई फर्क नहीं पैंदा। ये अज वखरा मेरे सतगुरां ने कौतुक रचिया सी। काजी कहन लगा नवाब जी चल अज वेख लिया जांदा है। सुल्तानपुर की धरती ते उस मसीत दे विच लै गए, उत्थे नवाब हाज़र है, मुसलमान लोग हाज़र ने। सुल्तानपुर का जिहड़ा एरिया लोग ने गुरु नानक साहब नूं चाहण वाले प्यार करने वाले, तो कुछ ईरखालू लोग वो भी हाज़र ने, काजी भी हाज़र है। मसीत दे अंदर जाया जाता है। नवाब भी मुसलमान है, काजी ते भी वो है ही मुसलमान। आखिर नमाज शुरू होंदी है, नमाज अदा की जाती है। आप नूं ज्ञात होवे नमाज जो अदा की जाती है, गोडिया भार हो के नमस्कार करके उन्हां दा जो मर्यादा है, नमाज अदा की तो गुरु नानक साहब महाराज जी मसीत के दरवाजे दे विच बूहे दे विच उत्थे खलोते रहे ने। जिस वेले सतगुरु खलोते ने तो काजी ने सतगुरां वल वेख्या तो सतगुरु मुस्करा रहे ने। एक तो इन्हां ने नमाज अदा नहीं की, दूसरा मुस्करा रहे ने। काजी जिहड़ा सी अग बगोला हो गया, गुस्से दे विच लाल होया, आण के कहंदा कह लगा तुसीं कहिंदे सो कोई हिंदू कोई मुसलमान नहीं, फिर वितकरा क्यों? सतगुरु कहिंदे की होया? कहन लगे तुसीं नमाज अदा नहीं की। सतगुरु कहिंदे मैं नमाज अदा की है, नमाज तुसीं अदा नहीं की। काजी कहन लगा नवाब नूं, कहन लगा नवाब साहब वेख लो ये किन्ना बदल चुका है तुहाडा मोदी। नमाज असीं अदा की है तुसीं कीती, इहने कीती नहीं, ये कहंदा मैं कीती है तुसीं नहीं कीती। सतगुरु कहन लगे काजी जी सच्ची गल है तुसीं नमाज अदा नहीं की, तुहाडा शरीर तो जरूर उठ के बैठ के करदा पिया सी, पर सच करके दस्सिओ अल्लाह ताला नूं हाज़र नाज़र जान के तुहाडा मन कित्थे सी? काजी जिहड़ा सी चुप कर गया। मन च आया शायद हो सकदा कोई स्टंट मारिया होवे। सतगुरु कह लगे मैं तुहानूं दसदा। कह लगे तुहाडे घर दे विच घोड़ी सूई सी, ਉਹਦੇ जिथे सूई है मगरले पासे एक टोया सी, मन च सी कि जिहड़ी वछेरी ਉਹ किते टोए दे विच ना डिग पवे। तुहाडा शरीर नमाज अदा कर रहा सी, मन जिहड़ा है वो वछेरी दे विच सी, किते ਉਹ टोए दे विच ना डिग पवे। काजी शर्मिंदा हो गया। नवाब सी, नवाब दे चलो चिनक तो पहलां लग चुकी सी, पर फिर भी मन च आया। नवाब कह लगा नानक जी मैं तो नमाज अदा की है। सतगुरु कह लगे नहीं। कह लगे नवाब जी तुसी काबल दे विच घोड़े खरीदे पे सो। जिस वेले नवाब नूं ये गल कही, नवाब नूं पता लग गया कि गुरु नानक जिहड़ा वो कोई सधारण शरीर का नाम नहीं, ये आप नारायण कलाधार है। गुरु नानक साहब दे चरनी डिग्गा। काजी नूं सतगुरां ने कहा, कह लगे जे उठक बैठक ही करनी सी उत्थे ही एक कचहरी दे विच ही कर लई जा सकदी सी, नमाज ते मैं अदा कीती है, मेरा मन हाज़र सी, तुहाडा ते मन बेईमान होया फिरदा सी।
ਮੇਰੇ ਕਹਿਣ ਦਾ ਭਾਵ ਉੱਥੇ ਸਤਿਗੁਰਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਯਾਦ ਰੱਖਿਓ ਜੇ ਸਾਡਾ ਮਨ ਹਾਜ਼ਰ ਨਹੀਂ ਨਾ ਹੈਗਾ ਤੇ ਕਈ ਵਾਰੀ ਤਨ ਦਾ ਕੀਤਾ ਹੋਇਆ ਫਿਜ਼ੀਕਲ ਵਰਕ ਜਿਹੜਾ ਉਹ ਕਿਸੇ ਫਲੀਭੂਤ ਨਹੀਂ ਹੁੰਦਾ। ਮੈਂ ਇੱਕ ਉਦਾਹਰਨ ਦੇ ਕੇ ਵਿਸ਼ੇ ਵਾਲਾ ਮੈਂ ਪਿਛਲੇ ਸਮੇਂ 'ਚ ਮੈਂ ਉਦਾਹਰਨ ਦਿੱਤੀ ਸੀ। ਕਈ ਵਾਰੀ ਨਾ ਸਾਡਾ ਮਨ ਇਹ ਇੰਨਾ ਕੁ ਇਹ ਜ਼ਿਆਦਾ ਸ਼ਰਾਰਤੀ ਹੈ, ਇਹ ਬਚਣ ਦਾ ਯਤਨ ਕਰਦਾ ਹੈ। ਮਨ ਕਈ ਵਾਰੀ ਆਖੇਗਾ ਕਿ ਚਲੋ ਸਰੀਰ ਨੇ ਮਾੜਾ ਮੋਟਾ ਵਰਕ ਤੇ ਕੀਤਾ ਹੀ ਨਾ, ਹਿਲਜੁਲ ਤੇ ਕੀਤੀ ਹੈ ਨਾ, ਮਨ ਹਾਜ਼ਰ ਨਹੀਂ ਹੋਇਆ। ਤੇ ਮੈਂ ਪਿਛਲੇ ਸਮੇਂ 'ਚ ਵੀ ਤਰਕ ਦਿੱਤਾ ਸੀ, ਯਾਦ ਰੱਖਿਓ, ਇੱਕ ਬੀਬੀ ਚਾਟੀ ਦੇ ਵਿੱਚ ਮਧਾਣੀ ਪਾ ਕੇ ਪਾਣੀ ਰਿੜਕਦੀ ਹੈ, ਇੱਕ ਬੀਬੀ ਚਾਟੀ ਦੇ ਵਿੱਚ ਦੁੱਧ ਪਾ ਕੇ ਰਿੜਕਦੀ ਹੈ। ਪਾਣੀ ਰਿੜਕਣ ਵਾਲੀ ਭਾਵੇਂ ਸਾਰੀ ਦਿਹਾੜੀ ਕਿਉਂ ਨਾ ਰਿੜਕੀ ਜਾਵੇ, ਉਹਨੂੰ ਕਦੀ ਮੱਖਣ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਪਾਣੀ ਦੇ ਵਿੱਚੋਂ ਕਦੀ ਵੀ ਜਿਹੜਾ ਹੈ ਉਹ ਮੱਖਣ ਨਹੀਂ ਪ੍ਰਾਪਤ, ਮੱਖਣ ਉਹਨੂੰ ਪ੍ਰਾਪਤ ਹੋਵੇਗਾ ਭਾਵੇਂ ਉਹ 2-4 ਮਧਾਣੀਆਂ ਕਿਉਂ ਨਾ ਮਾਰੇ ਜਿਨਨੇ ਦੁੱਧ ਚਾਟੀ ਦੇ ਵਿੱਚ ਪਾਇਆ ਹੈ। ਜੇ ਮਨ ਸਾਡਾ ਨਾਮ ਦੇ ਵਿੱਚ ਨਹੀਂ ਤੇ ਇਹ ਪਾਣੀ ਦੇ ਵਿੱਚ ਮਧਾਣੀ ਹੈ। ਹੁਣ ਇੱਥੇ ਅੱਜ ਕਬੀਰ ਸਾਹਿਬ ਜੀ ਕਾਜੀ ਨੂੰ ਕਹਿ ਰਹੇ ਨੇ, ਕਹਿਣ ਲੱਗੇ ਕਾਜੀ ਜੀ ਤੁਸੀਂ ਨਿਰੀਆਂ ਗੱਲਾਂ ਕਰਦੇ ਤੇ ਧਰਮ ਦੀਆਂ, ਤੇ ਇਸਲਾਮ ਮਤ ਦੇ ਵਿੱਚ ਇੰਨਾ ਕੁ ਜਿਹੜਾ ਸੀ ਕਾਜੀ ਲੋਕ ਗਰਕ ਚੁੱਕੇ ਸਨ। ਇਹ ਭਾਈ ਗੁਰਦਾਸ ਜੀ ਦਾ, ਗੁਰੂ ਨਾਨਕ ਸਾਹਿਬ ਦਾ ਵੀ ਇਹ ਵੀ ਬਚਨ ਵੀ ਅਸੀਂ ਪੜ੍ਹਦੇ ਹਾਂ। ਭਾਈ ਸਾਹਿਬ ਵੀ ਲਿਖਦੇ ਨੇ ਕਿ ਕਾਦੀ ਕੂੜ ਬੋਲ ਮਲ ਖਾਏ, ਇਹ ਸਤਿਗੁਰਾਂ ਦਾ ਬਚਨ ਹੈ। ਕਾਦੀ ਕੂੜ ਬੋਲ ਮਲ ਖਾਏ, ਬਾਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਅਸਲ ਦੇ ਵਿੱਚ ਕੀ ਹੁੰਦਾ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਨਾ ਜਿਹੜੇ ਅੱਜ ਜੱਜ ਨੇ ਨਾ, ਉਦੋਂ ਜੱਜ ਦਾ ਕੰਮ ਜਿਹੜੇ ਕਾਜੀ ਕਰਦੇ ਹੁੰਦੇ ਸਨ। ਤੇ ਕੀ ਕਰਨਾ ਕਿ ਕਿਸੇ ਗਰੀਬ ਦੇ ਜਿਹੜਾ ਸੀ ਫੈਸਲਾ ਸੀ ਉਹ ਪੈਸੇ ਲੈ ਕੇ ਤੇ ਅਮੀਰ ਨੇ ਆਪਣੇ ਹੱਕ ਦੇ ਵਿੱਚ ਕਰਵਾ ਲੈਣਾ। ਤੇ ਜੇ ਕਿਸੇ ਨੇ ਕਹਿਣਾ ਕਿ ਭਾਈ ਜਿਹੜਾ ਇਹ ਫੈਸਲਾ ਤੂੰ ਗਲਤ ਕਰ ਰਿਹਾ ਹੈ, ਉਹਨੇ ਨਾਲ ਹੀ ਕੁਰਾਨ ਦੀ ਆਇਤ ਪੜ੍ਹ ਕੇ ਕਹਿ ਦੇਣਾ ਖਾਮੋਸ਼, ਮੈਂ ਅੱਲਾਹ ਤਾਲਾ ਦੀ ਕਚਹਿਰੀ ਦੇ ਵਿੱਚ ਕਦੀ ਝੂਠ ਨਹੀਂ ਬੋਲਦਾ, ਜੋ ਅੱਲਾਹ ਤਾਲਾ ਦੀ ਆਇਤ ਕਹਿ ਰਹੀ ਮੈਂ ਉਹ ਤੁਹਾਨੂੰ ਸੱਤ ਕਰਕੇ ਕਹਿ ਰਿਹਾ। ਇਹ ਕਾਜੀਆਂ ਦਾ ਹਾਲ ਸੀ। ਕਾਜੀ ਕੂੜ ਬੋਲਦੇ ਪਏ ਸਨ। ਇਹਨਾਂ ਨੇ ਧਰਮ ਨੂੰ ਪੂਰਨ ਤੌਰ ਤੇ ਲੁੱਟਿਆ ਹੋਇਆ ਸੀ। ਅੱਜ ਗੁਰੂ ਨਾਨਕ ਇਹ ਭਗਤ ਕਬੀਰ ਸਾਹਿਬ ਜੀ ਸਮਝਾ ਰਹੇ ਨੇ, ਕਹਿਣ ਲੱਗੇ ਕਾਜੀ ਬੋਲਿਆ ਨਹੀਂ ਬਣ ਆਵੇ, ਤੂੰ ਜੋ ਮਰਜ਼ੀ ਮੂੰਹ ਦੇ ਨਾਲ ਗੱਲਾਂ ਕਰੀ ਜਾ, ਆਪਣੀ ਜ਼ੁਬਾਨ ਤੋਂ ਕਹੀ ਜਾ ਮੈਂ 5 ਵਕਤ ਦਾ ਨਮਾਜ਼ੀ ਹਾਂ, ਆਪਣੀ ਜ਼ੁਬਾਨ ਤੋਂ ਕਹੀ ਜਾ ਮੈਂ ਹੱਜ ਕੀਤਾ ਹੈ, ਮੈਂ ਰੋਜ਼ੇ ਰੱਖਦਾ ਹੈ, ਮੈਂ ਪੂਰਨ ਤੌਰ ਤੇ ਨੇਮ ਨਿਭਾਉਂਦਾ ਹੈ। ਜਿੰਨਾ ਚਿਰ ਤੇਰਾ ਜੀਵਨ ਨੇਮ ਵਾਲਾ ਨਹੀਂ ਨਾ ਬਣਿਆ ਉਹਨਾਂ ਚਿਰ ਗੱਲਾਂ ਦੇ ਨਾਲ ਕੁਛ ਨਹੀਂ ਹੋਣਾ। ਜਿਹਨੂੰ ਅੰਮ੍ਰਿਤ ਬਾਣੀ ਦੇ 2 ਫੈਸਲੇ ਮੈਂ ਤੁਹਾਡੇ ਨਾਲ ਸਾਂਝੇ ਕਰ ਦੇਵਾਂ। ਇੱਕ ਸਤਿਗੁਰਾਂ ਦਾ ਅੰਮ੍ਰਿਤ ਬਚਨ ਹੈ ਕਿ ਗੱਲੀ ਜੋਗ ਨਾ ਹੋਈ, ਜੋਗ ਦਾ ਅਰਥ ਹੈ ਮਿਲਾਪ, ਗੱਲਾਂ ਦੇ ਨਾਲ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ। ਇਹ ਗੱਲ ਸਾਡੇ ਤੇ ਵੀ ਢੁਕਦੀ ਹੈ। ਤੁਸੀਂ ਇਕੱਲਾ ਕਾਜੀ ਵੱਲ ਨਾ ਵੇਖੋ, ਜੇ ਸਿੱਖ ਵੀ ਜੀਵਨ ਦੇ ਵਿੱਚ ਗੁਰਮਤ ਨੂੰ ਨਹੀਂ ਕਮਾਉਂਦਾ ਤੇ ਗੱਲਾਂ ਦੇ ਨਾਲ ਭਾਵੇਂ ਅਸਮਾਨ ਨੂੰ ਤਾਕੀਆ ਲਾਈ ਜਾਵੇ, ਉਹਨੂੰ ਪਰਮਾਤਮਾ ਦੀ ਗੋਦ ਨਸੀਬ ਨਹੀਂ ਹੋ ਸਕਦੀ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿ ਲਗੇ ਨੰਨਾ ਨਾਹਾ ਭੋਗ ਨਿਤ ਭੋਗੈ। ਨਾਹਾ ਦਾ ਅਰਥ ਹੈ ਖਸਮ, ਭੋਗ ਦਾ ਅਰਥ ਹੈ ਪਦਾਰਥ। ਕਹਿ ਲਗੇ ਜੀਵ ਇਸਤਰੀ ਕੀ ਕਰਦੀ ਹੈ, ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਰੋਜ਼ ਮਾਣਦੀ ਪਈ ਹੈ। ਨੰਨਾ ਨਾਹਾ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ। ਸੰਭਲਿਆ ਦਾ ਅਰਥ ਹੁੰਦਾ ਯਾਦ ਕਰਨਾ। ਕਹਿੰਦੇ ਕਮਾਲ ਦੀ ਗੱਲ, ਜਿਹੜਾ ਪ੍ਰਮਾਤਮਾ ਦਾਤਾਂ ਦੇ ਰਿਹਾ ਨਾ ਉਹਨੂੰ ਕਦੀ ਅੱਖਾਂ ਦੇ ਨਾਲ ਵੇਖਿਆ ਤੇ ਨਾਲ ਨਾ ਹੀ ਕਦੀ ਜ਼ੁਬਾਨ ਦੇ ਨਾਲ ਯਾਦ ਕੀਤਾ। ਨੰਨਾ ਨਾਹਾ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ। ਕਹਿ ਲਗੇ ਗੱਲੀ ਹਉ ਸੁਹਾਗਣੀ ਭੈਣੇ ਕੰਤ ਨ ਕਬਹੂ। ਮੈਂ ਮਿਲਿਆ ਗੱਲਾਂ ਨਾਲ ਤੇ ਮੈਂ ਸੁਹਾਗਣ ਬਣੀ ਫਿਰਦੀ ਹਾਂ, ਪਰ ਕੰਤ ਦੀ, ਖਸਮ ਦੀ, ਪਤੀ ਦੀ ਕਦੀ ਸੇਜ ਨਸੀਬ ਨਹੀਂ ਹੋਈ। ਗੱਲਾਂ ਦੇ ਨਾਲ ਤੇ ਅਸੀਂ ਗੁਰਮੁਖ ਅਖਵਾਉਂਦੇ ਹਾਂ, ਪਰ ਪਰਮਾਤਮਾ ਦੇ ਕਦੀ ਦੀਦਾਰ ਕੋਈ ਨਹੀਂ ਹੋਏ। ਇੱਥੇ ਗੱਲਾਂ ਦੇ ਨਾਲ ਨਹੀਂ, ਇੱਥੇ ਕਰਨੀ ਪ੍ਰਧਾਨ ਹੈ। ਸੋ ਅੱਜ ਕਬੀਰ ਸਾਹਿਬ ਜੀ ਇਹੋ ਗੱਲ ਇਸ ਕਾਜੀ ਨੂੰ ਸਮਝਾ ਰਹੇ ਨੇ। ਸੋ ਇਹ ਅੱਜ ਦੇ ਪਾਵਨ ਸ਼ਬਦ ਦਾ ਅੰਤਰੀ ਭਾਵ ਹੈ। ਆਰੰਭ ਦੇ ਵਿੱਚ ਬਖਸ਼ਿਸ਼ ਕਰਦੇ ਨੇ ਆਸਾ। ਆਸਾ ਰਾਗ ਹੈ ਜੀ। ਕਹਿਣ ਲੱਗੇ ਹਮ ਮਸਕੀਨ ਖੁਦਾਈ ਬੰਦੇ। ਮਸਕੀਨ ਦਾ ਅਰਥ ਹੁੰਦਾ ਗਰੀਬ, ਅਜਿਜ ਜਿਹਾ, ਜਿਹੜਾ ਛੋਟਾ ਜਿਹਾ ਗਰੀਬ ਜਿਹਾ, ਨਿਮਾਣਾ ਜਿਹਾ, ਜਿਹੜਾ ਬਹੁਤਾ ਬੋਲਦਾ ਨਹੀਂ, ਕਿਸੇ ਗੱਲ ਦੇ ਵਿੱਚ ਜ਼ਿਆਦਾ ਆਉਂਦਾ ਨਹੀਂ। ਇਹ ਯਾਦ ਰੱਖਿਓ, 2 ਤਰ੍ਹਾਂ ਦੇ ਬੰਦੇ ਨਹੀਂ ਜੋ ਬੋਲਦੇ ਹੁੰਦੇ। ਇੱਕ ਜਿਹੜਾ ਨਿਮਾਣਾ ਉਹ ਨਹੀਂ ਬੋਲਦਾ, ਇੱਕ ਜਿਹੜਾ ਮੀਸਣਾ ਉਹ ਵੀ ਨਹੀਂ ਕਈ ਵਾਰੀ ਬੋਲਦਾ। ਕਿਤੇ ਕੋਈ ਗੱਲ ਹੁੰਦੀ ਹੋਵੇ ਨਾ, ਜਿਹੜਾ ਮੀਸਣਾ ਜੇ ਨਾ ਉਹ ਵੀ ਨਹੀਂ ਬੋਲੇਗਾ। ਉਹਨੇ ਉਦੋਂ ਬੋਲਣਾ ਜਦੋਂ ਜੜ੍ਹਾਂ ਵੱਢ ਕੇ ਆਪਣਾ ਕੰਮ ਕੱਢ ਜਾਣਾ ਹੈ। ਇਸ ਕਰਕੇ ਕੋਈ ਵੀ ਇਹੋ ਜਿਹਾ ਸ਼ਬਦ ਆਉਂਦਾ ਉਹਦੇ 2 ਪੱਖ ਹੁੰਦੇ ਨੇ। ਇੱਥੇ ਮੀਸਣਾ ਅਰਥ ਨਹੀਂ ਕਰਨਾ, ਇੱਥੇ ਉਹ ਨਿਮਾਣਾ ਪੱਖ ਜਿਹੜਾ ਨਿਮਰਤਾ ਦੇ ਨਾਲ ਰਹਿੰਦਾ ਉਹਦਾ ਅਰਥ ਮਸਕੀਨ ਕਰਾਂਗੇ। ਹਮ ਮਸਕੀਨ ਕਹਿੰਦੇ ਅਸੀਂ ਗਰੀਬ ਅਜਿਜ ਜੇ ਬੰਦੇ ਹਾਂ, ਖੁਦਾਈ ਬੰਦੇ, ਪਰ ਹੈਗੇ ਅਸੀਂ ਰੱਬ ਦੇ ਹਾਂ। ਅੱਲਾ ਦੀ ਉਸ ਪਰਮਾਤਮਾ ਦੀ ਬੰਦਗੀ ਕਰਦੇ ਹਾਂ। ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ। ਰਾਜਸ ਦਾ ਅਰਥ ਹੈ ਰਾਜਸੀ ਤਾਕਤਾਂ, ਮਨ ਭਾਵੇ ਦਾ ਅਰਥ ਤੇਰੇ ਮਨ ਨੂੰ ਚੰਗੀਆਂ ਲੱਗਦੀਆਂ। ਭਾਵ ਜੋ ਰਾਜਾ ਕਹਿੰਦਾ ਰਿਸ਼ਵਤ ਲੈ ਕੇ ਤੂੰ ਉਹਦੇ ਹੱਕ ਦੇ ਵਿੱਚ ਫੈਸਲੇ ਕਰ ਦੇਣਾ ਹੈ।
ये गल काजी नूं कही जा रही है कि कबीर साहब कह लगे काजी मैं खुदा दा बंदा हाँ, कोई राजा जो मर्जी कही जाए मैनू राजे दे नाल कोई मतलब नहीं, पर जो परमात्मा कहंदा मैं उन्होंने सत्य करके मानना। तेरा हाल ये है तू राजियां दी गल नूं सत्य करके मानदा है, अल्लाह जो कहंदा उहदे मुताबिक होके तू चलण दा यतन नहीं करदा। हम मस्कीन खुदाई बंदे तुम राजस मन भावै। अगे अल्लाह अवल दीन को साहिब, ये जोर नहीं फरमावे। ये सारे इस्लामी शब्द ने, ये अरबी फारसी दे, इन्हां सारियां दे विच जज्जा हो गया, सस्सा हो गया, ये इन्हां दे पैरां दे विच बिंदी लगनी है। अल्लाह परमात्मा अवल कहिंदे ने सब तो पहला, अवल नंबर ते आउणा, पहले नंबर ते आउणा। अवल दीन, दीन दा अर्थ निमाणा भी हुंदा है, दीन दा अर्थ गरीब भी हुंदा है, ते दीन दा अर्थ धर्म भी हुंदा है। इत्थे दीन दा अर्थ करांगे धर्म। अवल अल्लाह दीन को साहिब, साहिब दा अर्थ हुंदा मालक। कहन लगे वो परमात्मा जिहड़ा दीन को साहिब, जिहड़ा धर्म दा मालक है, अवल वो सारियां तो पहला है। कौन? अल्लाह। ये पंक्ति दे इउं अर्थ करांगे, मैं इहदे 98 अर्थ कीते कि अल्लाह ही सारियां तो सुरमौर है, ओहो ही सारियां तो वड्डा है। भाव परमात्मा ही, रब ही सारियां तो वड्डा, सारियां तो पहला है। जोर नहीं फरमावै, फरमावे का अर्थ करांगे आग्या, जोर का अर्थ करांगे धक्का। कहंदे परमात्मा कदी किसी नाल धक्का करन दी आग्या नहीं देंदा। ये गल याद रखियो, कबीर साहब कह रहे हैं इस्लामी मत के मुताबक काजी नूं, ये गल सानू भी बाणी कहंदी है तू किसी दे नाल धक्का ना कर। पर साडा, मैं कल भी कहा सी ना, धक्का जे माड़े ते चलदा असीं चला दिंने आ, पर जे तुसीं माड़े दे नाल धक्का करदे जे ना, गुरु नानक साहब बड़ी सोहनी गल कहिंदे जे, कह लगे जिस हथ जोर कर वेखै सोए। अगे की बचना है? नानक उत्तम, उत्तम का अर्थ बड़ा चंगा। नीच, नीच हुण किनू कहिंदे ने तुहानू पता ही है। नानक उत्तम नीच ना, कोई कहंदे इहो जिहा नीच बंदा नहीं हो सकदा जिहड़ा माड़े ते जोर करके ते अपना काम कढा लैंदा है। इस करके बाणी कहंदी तू जोर ना कर। जोर किया सो जुल्म है, किसी नाल धक्का करना ये बड़ा तगड़ा जुल्म है। ਇਹਦਾ जवाब मंगेगा तेरे को परमात्मा खुदा, वो अल्लाह परमात्मा जिहड़ा तेरे को जवाब मंगेगा। इत्थे कबीर साहब जी कह रहे हैं अल्लाह अवल दीन को साहिब, वो परमात्मा जिहड़ा सारियां तो सुरमौर, रब सारियां दा मालक है। जोर नहीं फरमावै, वो कदी तेनू धक्का करन दी आग्या नहीं देंदा। तू रिश्वत लैके किहड़ियां आयतां दे मुताबक धक्का पिया करदा है। अज असीं भी तो ये गल कहने हैं ना, धर्म का बुरका पा के असीं जिहड़ा धर्म के शब्दों के विच जिहड़ा है वो बच्चियां ते जोर करते हैं, संगत दे माफ़ करना जोर करते हैं, असीं लोकां दे उत्ते अपनी धक्केशाही करते हैं। चलो आ शताब्दी चल रही है गुरु के बाग की, मैं उस दिन अर्ज करांगा कि किवें अकाल तख्त तो, किवें दरबार साहब तो हुक्मनामे जिहड़े सन वो महंत दे के ते कौम दे उत्ते जोर ते जुल्म ढाउंदे पए सन। कई बारी इदां दा अज भी साडे नाल ओह लोग उत्ते बैठे हुए ने, अज भी अकाल तख्त तो फरमान हाजिर हुंदा है, सानू मनना पैंदा है कि साडे कौम दा अकाल तख्त दा है। पर याद रखियो जे कोई हुक्मनामे दे विच भी किसी नाल धक्का करदा पिया है तो इत्थे कबीर साहब कहंदे वो परमात्मा नूं धक्का चंगा नहीं लगदा। तू धक्का कर सकदा है, पर ये कीते होए धक्के दा तैनूं जवाब देना पवेगा। कहणगे जोर नहीं फरमावै, उस परमात्मा ने कदी तेनूं आग्या नहीं करनी, वो किसी नूं हुक्म नहीं करदा, आग्या नहीं देंदा कि तू किसी नाल धक्का करे। काजी बोलिया बन नहीं आवै, कह लगे हे काजी तेरी कलियां गल्लां दे नाल परमात्मा दे नाल बन नहीं आउणी। बन दा अर्थ मेल मिलाप नहीं होना, परमात्मा दे नाल तेरी सांझ नहीं पै सकदी। रहाओ रोज़ा धरै निवाज गुजारै, कलमा पिस्त ना होई। रोज़ा वर्त, कह लगे रोज़ा धरै, कहंदे तू रोजे धरदा है, वर्त रखदा है, निवाज गुजारै 5 वक्त दियां 5 नमाज़ां भी पढ़दा पिया है। अगे कह लगे कलमा पिस्त ना होई, आयत नूं भी पढ़दा है, कलमा भी पढ़दा है। याद रखी पिस्त का अर्थ कीता है स्वर्ग। इन्हां सारे कर्मां दे नाल ये ना मन च भुलेखा रखी तैनूं किते स्वर्ग मिल जाएगा। अगली पंक्ति पढ़ देवां, थोड़ा सौखा हो जाएगा। कह लगे 70 काबा घट ही भीतर जेकर जानै कोई। इत्थे 70 जिहड़ा अर्थ आया ना, ये 2-3 अर्थ ने। कुछ विद्वानां ने 70 के अर्थ गिनती वाले कीते ने 70। वो ये गल कहिंदे ने कि इस्लाम मत दे विच 70 शब्द नूं जिहड़ा बहुत प्रमाणिक मन्निया गया, बड़ा चंगा मन्निया गया है। तो बहुवचन शब्द वरतन के थां, ज़्यादा शब्द वरतन की थां 70 शब्द बहुतियां लई वरत दिता। एक भाई कान सिंह नाभा होना ने 70 का अर्थ गुप्त भी किया होया है। तो जे ये आप 70 के अर्थ व्याकरण के मुताबिक गुप्त करते हैं, ये अर्थ ये बन के 70 काबा घट ही भीतर, वो काबा जिहड़ा गुप्त है
ਉਹ ਤੇਰੇ ਹਿਰਦੇ ਦੇ ਵਿੱਚ ਹੀ ਹੈ। ਪਰ ਪਤਾ ਕਿੱਦਾਂ ਲੱਗੇਗਾ? ਜੇਕਰ ਜਾਣੈ ਕੋਈ ਜਿਹੜਾ ਇਹਨੂੰ ਸਮਝ ਲਵੇਗਾ ਕਿ ਪ੍ਰਮਾਤਮਾ ਅੰਦਰ ਹੀ ਮੌਜੂਦ ਹੈ। ਤੇ ਦੂਜੇ 70 ਵਾਲੇ ਅਰਥ ਇਹਦੇ ਕਰਦੇ ਨੇ ਕਿ ਜੇ ਤੂੰ 70 ਵਾਰ ਪ੍ਰਮਾਤਮਾ ਦੇ ਘਰ 'ਚ ਵੀ ਘੁੰਮ ਕੇ ਆ ਜਾਵੇਂ ਨਾ, ਇੱਕ ਵਾਰ ਹਿਰਦੇ ਦੇ ਵਿੱਚ ਤੇਰੇ ਪ੍ਰਮਾਤਮਾ ਜੇ ਟਿਕ ਗਿਆ, ਉਹਨਾਂ ਦਾ ਤੈਨੂੰ ਫਲ ਮਿਲ ਜਾਣਾ ਹੈ। ਪਰ ਮਿਲਣਾ ਉਦੋਂ ਹੈ ਜੇਕਰ ਜਾਣੈ ਕੋਈ। ਹੁਣ ਮੈਂ ਪਿਛਲੀ ਪੰਕਤੀ ਪੜ੍ਹਾਂ, ਕਹਿਣ ਲੱਗੇ ਜੇ ਤੂੰ ਨਮਾਜ਼ ਕਰਦਾ ਹੈ, ਰੋਜ਼ੇ ਧਰਦਾ ਹੈ, ਕਲਮਾ ਪੜ੍ਹਦਾ ਹੈ, ਇੰਨਾ ਕੁਝ ਕਰਨ ਦੇ ਨਾਲ ਵੀ ਜੇ ਤੇਰਾ ਜੀਵਨ ਨਹੀਂ ਬਦਲਿਆ, ਜੇ ਅੰਦਰੋਂ ਪ੍ਰਮਾਤਮਾ ਪ੍ਰਗਟ ਨਹੀਂ ਨਾ ਹੋਇਆ, ਤਾਂ ਕਬੀਰ ਸਾਹਿਬ ਕਹਿ ਲਗੇ ਇਹਦੇ ਨਾਲ ਤੈਨੂੰ ਸਵਰਗ ਨਹੀਂ ਮਿਲਣਾ। ਜ਼ੋਰ ਅਸੀਂ ਵੀ ਬੜਾ ਲਾਇਆ ਹੁੰਦਾ ਹੈ। ਮਾफ़ ਕਰਨਾ, ਮੈਂ ਬਾਣੀ ਪੜ੍ਹਨ ਦੇ ਖਿਲਾਫ ਨਹੀਂ। ਬਾਣੀ ਪੜ੍ਹੋ, ਰੱਜ ਕੇ ਪੜ੍ਹੋ, ਸਿਮਰਨ ਕਰੋ, ਰੱਜ ਕੇ ਕਰੋ। ਪਰ ਜਿੰਨਾ ਚਿਰ ਤੁਹਾਡੀ ਕਰਨੀ ਪ੍ਰਧਾਨ ਨਹੀਂ ਨਾ, ਜੇ ਜੀਵਨ ਨਹੀਂ ਬਦਲ ਸਕਦਾ, ਇਹ ਮਨ 'ਚੋਂ ਭੁਲੇਖਾ ਕਰਦੇ ਹੋ ਕਿ ਅਸੀਂ ਸਵਰਗਾਂ 'ਚ ਜਾ ਕੇ ਬੈਠਾਂਗੇ। ਵੈਸੇ ਤਾਂ ਗੁਰਮਤਿ ਸਵਰਗ ਨੂੰ ਮੰਨਦੀ ਹੀ ਨਹੀਂ। ਚਲੋ ਫਿਰ ਵੀ ਜੇ ਆਪਾਂ ਮੰਨ ਲਈਏ ਜਾਂ ਸੱਚਖੰਡ ਕਹਿ ਲਈਏ, ਬਾਣੀ ਇਹ ਗੱਲ ਕਹਿੰਦੀ ਹੈ ਕਿ ਭਲਿਆ ਤੂੰ ਆਪਣੇ ਜੀਵਨ ਦੇ ਵਿੱਚ ਉਸ ਚੀਜ਼ ਨੂੰ ਅਪਣਾ। ਇੱਥੇ ਕਬੀਰ ਸਾਹਿਬ ਕਹਿੰਦੇ, ਜੇ ਉਹ ਅੱਗੇ ਜਾ ਕੇ ਉਦਾਹਰਨ ਦੇਣ ਕਿ ਨਮਾਜ਼ ਕੀ ਹੈ, ਰੋਜ਼ੇ ਕੀ ਨੇ। ਕਹਿਣ ਲੱਗੇ ਰੋਜ਼ਾ ਰੱਖਦਾ ਹੈ, ਨਮਾਜ਼ ਪੜ੍ਹਦਾ ਹੈ, ਕਲਮਾ ਪੜ੍ਹਦਾ ਹੈ, ਇੱਕ ਗੱਲ ਯਾਦ ਰੱਖੀ, ਤਾਂ ਤੈਨੂੰ ਸਵਰਗ ਮਿਲਣਾ ਜੇ ਤੂੰ ਪਰਮਾਤਮਾ ਦੇ ਉਸ ਅੱਲਾ ਦੇ ਵਿਧਾਨ ਨੂੰ ਮੰਨਦਾ ਹੈ। ਜੇ ਫੈਸਲੇ ਰਿਸ਼ਵਤ ਲੈ ਕੇ ਲੋਕਾਂ ਦੇ ਹੱਕ 'ਚ ਕਰੀ ਜਾਂਦਾ ਹੈ, ਜਿੰਨਾ ਮਰਜ਼ੀ ਧਰਮੀ ਬਣ ਜਾ। ਇਹਦਾ ਅਰਥ ਇਉਂ ਕਰ ਲਈਏ, ਜਿੰਨਾ ਮਰਜ਼ੀ ਧਰਮੀ ਬਣ ਜਾ, ਜਿੰਨੀਆਂ ਮਰਜ਼ੀ ਕਲਮਾ ਪੜੀ ਜਾ, ਰੋਜ਼ੇ ਰੱਖੀ ਜਾ, ਇਹ ਤਨ ਨੂੰ ਕਸ਼ਟ ਤੇ ਦਿੱਤਾ ਜਾ ਸਕਦਾ ਹੈ, ਪਰ ਪਰਮਾਤਮਾ ਇਹਦੇ ਨਾਲ ਤੇਰੇ ਨੇੜੇ ਨਹੀਂ ਆ ਸਕਦਾ। ਅਸੀਂ ਵੀ ਕਈ ਵਾਰੀ ਇੱਕ ਬੜਾ ਤਨ ਨੂੰ ਕਸ਼ਟ ਦਿੰਦੇ ਹਾਂ। ਗੁਰਮਤ ਨੇ ਕਦੀ 8 ਯੋਗ ਨੂੰ ਪ੍ਰਵਾਨ ਨਹੀਂ ਕੀਤਾ। ਮੈਂ ਬੜੀ ਵਾਰੀ ਬੇਨਤੀ ਕਰਦਾ, ਬਾਣੀ ਪੜ੍ਹਨੀ ਹੈ ਤੇ ਸੁਚੇਤ ਹੋ ਕੇ ਬਾਣੀ ਪੜ੍ਹਨੀ ਹੈ। ਜਦੋਂ ਵੀ ਬਾਣੀ ਪੜ੍ਹਨੀ ਹੈ ਧਿਆਨ ਨਾਲ ਇਕਾਗਰ ਚਿੱਤ ਹੋ ਕੇ ਬਾਣੀ ਪੜ੍ਹਨੀ ਹੈ। ਬਾਣੀ 'ਚ ਅੰਮ੍ਰਿਤ ਬਚਨ ਵੀ ਹੈ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚਿੱਤ। ਅਸੀਂ ਕਈ ਵਾਰੀ ਕਸ਼ਟ ਦਿੱਤਾ ਹੁੰਦਾ, ਕੋਈ ਕਹਿੰਦੇ 12 ਵਜੇ ਹੀ ਕਰਨਾ ਨਿਤਨੇਮ, ਕੋਈ ਕਹਿੰਦਾ 2 ਵਜੇ ਕਰਨਾ। ਉਹ 2 ਵਜੇ ਅੱਧਾ ਤੇ ਨੀਂਦ ਦੇ ਵਿੱਚ ਹੋਇਆ ਹੁੰਦਾ ਨਿਤਨੇਮ। ਇੱਦਾਂ ਹੀ ਹੈ ਨਾ। ਕਦੀ ਹੁਣ ਇਹਦਾ ਅਰਥ ਇਹ ਨਾ ਕਰ ਦਿਓ ਕਿ 2 ਵਜੇ ਨਹੀਂ ਉੱਠਣਾ। ਇਹਦਾ ਭਾਵ ਇਹ ਹੈ ਕਿ ਤਨ ਨੂੰ ਰੈਸਟ ਜ਼ਰੂਰੀ ਹੈ। ਜੇ ਤੂੰ ਸਰੀਰ ਦੇ ਨਾਲ ਧੱਕਾ ਕਰਦਾ ਹੈ ਨਾ, ਉਸ ਧੱਕੇ ਦਾ ਕੋਈ ਫਾਇਦਾ ਨਹੀਂ ਜੇ ਤੇਰਾ ਜੀਵਨ ਨਹੀਂ ਤਬਦੀਲ ਹੋਣ ਲੱਗਾ। ਕਹਿਣ ਲੱਗੇ ਪਿਸਤ ਨਾ ਹੋਈ, ਇਹਨਾਂ ਚੀਜ਼ਾਂ ਦੇ ਨਾਲ ਤੈਨੂੰ ਸਵਰਗ ਨਹੀਂ ਮਿਲਣਾ। ਅੱਗੇ ਸਮਝਾ ਰਹੇ ਨੇ ਹੁਣ ਨਮਾਜ਼ ਹੈ ਕੀ। ਕਹਿਣ ਲੱਗੇ ਨਮਾਜ਼ ਸੋਈ ਜੋ ਨਿਆਉ ਵਿਚਾਰੈ। ਕਹਿੰਦੇ ਤੇਰੀ ਨਮਾਜ਼ ਅਦਾ ਕੀਤੀ ਦਾ ਤਾਂ ਫਾਇਦਾ ਜੇ ਤੂੰ ਹੱਕ ਸੱਚ ਦੇ ਲਈ ਨਿਆਂ ਕਰਦਾ ਹੈ। ਕੋਈ ਚੰਗਾ ਭਾਵੇਂ ਮਾੜਾ, ਅਮੀਰ ਜਾਂ ਗਰੀਬ ਆਉਂਦਾ ਹੈ, ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜੁਰਤ ਰੱਖਦਾ, ਤਾਂ ਤੇਰੀ ਨਮਾਜ਼ ਅਦਾ ਕੀਤੀ ਪ੍ਰਵਾਨ ਹੈ। ਇਹ ਗੱਲਾਂ ਆਪਣੇ ਤੇ ਲਾਈ ਜਾਇਓ। ਬਾਣੀ ਅਸੀਂ ਵੀ ਪੜ੍ਹਦੇ, ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਨਾ, ਜੇ ਅਸੀਂ ਅੰਮ੍ਰਿਤ ਧਾਰੀਆਂ ਦੀ ਗਿਣਤੀ ਕਰੀਏ ਨਾ, ਉਹਨੇ ਸਾਡੇ ਸਿੱਖ ਨਹੀਂ ਹੋਣੇ ਜਿੰਨੇ ਸਾਡੇ ਰਜਿਸਟਰ ਭਰੇ ਨੇ ਕਿ ਇਹਨਾਂ ਨੂੰ ਅੰਮ੍ਰਿਤ ਛਕਾ ਦਿੱਤਾ। ਪਰ ਮੈਂ ਬੜੀ ਵਾਰੀ ਕਿਹਾ, ਕਿਸੇ ਹਸਪੀਟਲ 'ਚ ਚੱਲ ਜਾਓ ਤੁਹਾਨੂੰ ਅੰਮ੍ਰਿਤਧਾਰੀ ਡਾਕਟਰ ਨਹੀਂ ਲੱਭਣਾ, ਥਾਣੇ 'ਚ ਚੱਲ ਜਾਓ ਅੰਮ੍ਰਿਤਧਾਰੀ ਪੁਲਿਸ ਵਾਲਾ ਨਹੀਂ ਜੇ ਲੱਭਣਾ, ਅਦਾਲਤ 'ਚ ਕੋਰਟ ਕਚਹਿਰੀਆਂ 'ਚ ਚੱਲ ਜਾਓ ਚੰਗਾ ਕੋਈ ਅੰਮ੍ਰਿਤਧਾਰੀ ਵਕੀਲ ਨਹੀਂ ਲੱਭਣਾ। ਇਹਦਾ ਅਰਥ ਇਹ ਨਹੀਂ ਕਿ ਗਾਤਰੇ ਵਾਲਾ। ਅੰਮ੍ਰਿਤਧਾਰੀ ਦਾ ਅਰਥ ਹੈ ਜਿਹੜਾ ਗੁਰੂ ਦੇ ਸਿਧਾਂਤਾਂ ਮੁਤਾਬਕ ਚੱਲਦਾ ਹੋਵੇ। ਹਰ ਥਾਂ ਤੇ ਲੋਕਾਂ ਨੂੰ ਲੁੱਟ ਮਚਾਈਏ। ਧਰਮ ਕਿੱਥੇ ਹੈ? ਬਾਰੀ ਬਾਣਾ ਪਾ ਕੇ, ਬਾਰੀ ਚੀਜ਼ ਪਾ ਕੇ ਤੂੰ ਆਖੀ ਕਿ ਮੈਂ ਕੁਰਸੀ ਤੇ ਬੈਠਾ ਹੈ। ਯਾਦ ਰੱਖਿਓ, ਕੁਰਸੀ ਤੇ ਬਹਿਣਾ ਤੇ ਧਰਮ ਨੂੰ ਧਰਮ ਹੀ ਹੋਣਾ, ਇਹ ਇਹਨਾਂ ਚੀਜ਼ਾਂ 'ਚ ਫਰਕ ਹੈ। ਅੰਦਰ ਤੇਰਾ ਧਰਮ ਹੋਵੇ, ਹੋ ਸਕਦਾ ਤੇਰੀ ਕਿਰਪਾਨ ਨਾ ਨਜ਼ਰ ਆਉਂਦੀ ਹੋਵੇ, ਪਰ ਤੇਰਾ ਕੀਤਾ ਹੋਇਆ ਕਰਮ ਲੋਕ ਕਹਿਣਗੇ ਕਿ ਵਾਕਈ ਬੰਦਾ ਬੜਾ ਧਰਮੀ ਹੈ। ਪਰ ਤੂੰ ਉੱਤੋਂ ਦੀ ਕਿਰਪਾਨਾਂ ਪਾ ਕੇ ਆਪਣੇ ਆਪ ਨੂੰ ਧਰਮੀ ਅਖਵਾ ਕੇ ਜੇ ਤੂੰ ਬਹਿ ਕੇ ਕੁਰਸੀ ਦੇ ਉੱਤੇ ਰਿਸ਼ਵਤ ਲੈਂਦਾ ਹੈ, ਨਾ ਗੁਰੂ ਪ੍ਰਵਾਨ ਕਰੇਗਾ ਤੇ ਲੋਕ ਤੇ ਉੱਦਾਂ ਹੀ ਨਹੀਂ ਨਾ ਕਿ ਲੋਕਾਂ ਨੇ ਤੇ ਬਿਲਕੁਲ ਹੀ ਕਲੀਅਰ ਕਰ ਦੇਣਾ। ਉਹ ਕਹਿੰਦੇ ਵੀ ਇਹ ਤੇ ਪਖੰਡੀ ਤੁਰਿਆ ਫਿਰਦਾ ਹੈ। ਇੱਕ ਗੱਲ ਯਾਦ ਰੱਖਿਓ, ਬਾਹਰੀ ਭੇਖ ਨੂੰ ਮੈਂ ਫੇਰ ਕਹਾਂ, ਬਾਹਰੀ ਭੇਖ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ। ਹੁਣ ਕਹਿ ਲਗੇ ਨਮਾਜ਼ ਸੋਈ ਜੋ ਨਿਆਉ ਵਿਚਾਰੈ। ਕਹਿੰਦੇ ਨਮਾਜ਼ ਅਦਾ ਕੀਤੀ ਦਾ ਭਾਵ ਇਹ ਹੈ ਜੇ ਤੂੰ ਨਿਆਂ ਕਰਦਾ ਹੈ। ਸਿੱਖ ਵਾਸਤੇ ਬਾਣੀ ਪੜੀ ਦਾ ਤਾਂ ਫਾਇਦਾ ਜੇ ਤੇਰੇ ਦਿਲ ਦੇ ਵਿੱਚ ਦਇਆ ਆਉਂਦੀ ਹੈ। ਤੇ ਜੇ ਤੇਰੇ ਦਿਲ ਦੇ ਵਿੱਚ ਰਹਿਮਤ ਨਹੀਂ, ਕਿਸੇ ਵਾਸਤੇ ਰਹਿਮ ਹੀ ਨਹੀਂ ਹੈਗਾ, ਦਇਆ ਨਹੀਂ ਹੈਗੀ, ਤੇ ਤੇਰੀ ਬਾਣੀ ਪੜੀ ਦਾ ਕੀ ਫਾਇਦਾ ਜੇ ਅੰਦਰੋਂ ਪੱਥਰ ਦਾ ਪੱਥਰ ਹੀ ਰਿਹਾ, ਪਿਘਲਿਆ ਹੀ ਕੋਈ ਨਹੀਂ। ਪੱਥਰ ਨੂੰ ਜਿੰਨਾ ਮਰਜ਼ੀ ਪਾਣੀ 'ਚ ਡੋਬ ਛੜੋ ਜੀ, ਕਦੀ ਪੱਥਰ ਤੁਸੀਂ ਖੁਰਦਾ ਦੇਖਿਆ? ਲੂਣ ਪਾਓ, ਖੰਡ ਪਾਓ, ਪਾਣੀ 'ਚ ਖੁਰ ਜਾਂਦੀ ਹੈ, ਪੱਥਰ ਕਦੀ ਨਹੀਂ ਖੁਰਦੇ। ਕੁਝ ਲੋਕ ਇਹੋ ਜਿਹੇ ਪੱਥਰ ਦਿਲ ਹੁੰਦੇ ਨੇ ਜਿਹੜੇ ਰਹਿੰਦੇ ਤੇ ਗੁਰੂ ਘਰਾਂ ਦੇ ਵਿੱਚ ਨੇ, ਰਹਿੰਦੇ ਤੇ ਗੁਰੂ ਕੋਲ ਨੇ, ਪਰ ਅੰਦਰੋਂ ਪੱਥਰ ਦੇ ਪੱਥਰ ਨੇ, ਅੰਦਰੋਂ ਖੁਰਦੇ ਵੀ ਕੋਈ ਨਹੀਂ। ਲੂਣ ਦੀ ਡਲੀ ਬਾਹਰੋਂ ਸੁੱਟੋ, ਉਸੇ ਵੇਲੇ ਖੁਰ ਜਾਂਦੀ ਹੈ। ਤੇ ਜਦੋਂ ਨਦੀਆਂ ਨਿਕਲਦੀਆਂ ਨੇ ਵਿੱਚ ਰੋੜੇ ਪਏ ਨਹੀਂ ਹੁੰਦੇ, ਕਿੰਨਾ ਪੱਥਰ ਵਿੱਚ ਡਿੱਗਾ, ਉੱਦਾਂ ਦਾ ਉੱਦਾਂ ਸਾਲਾਂ ਤੋਂ ਪਿਆ, ਮੁੱਦਤਾਂ ਤੋਂ ਪਿਆ, ਉਹ ਖੁਰਦਾ ਨਹੀਂ, ਉਹਦੇ ਤੇ ਅਸਰ ਕੋਈ ਨਹੀਂ ਹੋ ਰਿਹਾ। ਨਮਾਜ਼ ਸੋਈ ਜੋ ਨਿਆਉ ਵਿਚਾਰੇ। ਤੇਰੀ ਨਮਾਜ਼ ਪੜੀ ਦਾ ਤਾਂ ਫਾਇਦਾ ਜੇ ਤੂੰ ਨਿਆਂ ਕਰਦਾ ਹੈ। ਕਲਮਾ ਅਕਲ ਹੈ ਜਾਣੈ। ਕਲਮਾ ਪੜੀਆਂ ਦਾ ਤਾਂ ਫਾਇਦਾ ਜੇ ਅਕਲ ਦੇ ਨਾਲ, ਸੂਝ-ਬੂਝ ਦੇ ਨਾਲ ਪਰਮਾਤਮਾ ਨੂੰ ਤੂੰ ਪਛਾਣਦਾ ਪਿਆ ਹੈ। ਅਸੀਂ ਤਾਂ ਗੁਰਦੁਆਰੇ ਆਉਣ ਤੋਂ ਪਹਿਲਾਂ ਅਕਲ ਨੂੰ ਜਿੰਦਰਾ ਮਾਰ ਕੇ ਆ ਜਾਂਦੇ ਹਾਂ। ਇਹੀ ਗੱਲ ਹੈ ਨਾ। ਗੁਰਦੁਆਰੇ ਦਾ ਅਰਥ ਕੀ ਨੇ?
चलो बाकी गल्लां मैं उदन कहा भी आप उस दिन गुरुद्वारे का सिद्धांत मैं जरूर अर्ज करांगा। गुरुद्वारे के अर्थ ने गुरु द्वारा होए सोझी पाए सी एत द्वारा धोए हच्छा होए सी। गुरु द्वारा जिहड़ा ये सोझी वास्ते एक स्कूल एक कॉलेज यूनीवर्सिटी जिहड़ी है बच्चे नूं कुछ सिखाउण वास्ते, जे उत्थे जाके बच्चा अखां ते पट्टी बन लवे टीचर कहेगा इत्थे की लैणा है, असीं गुरु घर कुछ सीखण आउणा सी, पर इत्थे असीं अपने कन्न अखां बंद करके आ गए, मत्था टेकिया देग लई घर नूं चल गए, असर कोई नहीं होया, फायदा की होया साडा। याद रखियो ये कबीर साहब कह लगे कलमा पढ़ियां दा तां फायदा जे अकल दे नाल रब नूं तू समझदा भी रब है कि। अज बहुत सारा मसला जिहड़ा है असीं धर्म दे नां दे उत्ते ना अन्नी शरदा दे विच तब्दील कर दिता होया है। नहीं जी मेरी शरदा है, पर फोकी शरदा नूं गुरु नहीं प्रवान करदा। खास करके गुरु नानक साहब दे घर दे विच शरदा नूं बिल्कुल प्रवान नहीं कीता गया। वो शरदा प्रवान है जिहदे विच भावना है, जिहदे विच निर्मलताई है, जिहदे विच सच्चाई है। जे सच्चाई ही नहीं निर्मलताई नहीं तो याद रखियो वो शरदा बिल्कुल प्रवान नहीं हैगी। हुण शरदा दे नाल कई थावां ते वेख्या जिथे आपां पैर धोने आ, इहनूं चबच्चा भी कहा जाता है, खुरली भी कहा जाता है, तो कुछ जिहड़े हिंदू मत दे नाल थोड़े जे साडे हिंदू सिख ने ना मिक्स जे, वो इहनूं चरण गंगा कहिंदे ने। हुण गंगा दा साडा संबंध ही कोई नहीं। हुण तुसीं शरदा दे नाल उत्थों फड़ फड़ के चूड़ियां भरी जाओ। मैं अमृत संचार ते भी बेनती कीती सी, ते जे किसी ने रोके कहंदा जी ये अमृत है, जे ये अमृत है तो जिहड़ा पंज प्यारे छकाउंदे ने फिर वो की होया। सोचो इस चीज़ नूं, वो शरदा नहीं है साडी, वो अन्नी शरदा है। वो भावें सारी सारी दिहाड़ी पानी फड़ फड़ के घोटा भर भर के पींदा रही, वो नाल फायदा नहीं होना जिन्ना चिर बाणी नहीं पढ़दा। याद रखियो अमृत भी तां तैयार हुंदा जे बाटे दे विच पतासे घोल के पानी दे विच उत्ते बाणी पढ़ी जाती है, क्योंकि अमृत बाणी है, अमृत पानी नहीं। असीं जिथे नहाउने आ, जिथे पैर धोने आ, किसी ने मूँह हत्थ धोता वो उत्थे चुड़ियां भरी जानी, ये अन्नी शरदा, इहनूं प्रवान नहीं। कबीर साहब कह रहे हैं, कह लगे कलमा अकल है जाने, अकल दे नाल तू कलमा पढ़। जे बाणी पढ़नी है सूझ बूझ दे नाल अकल दे नाल पढ़, ये ना होवे तू मत्था रगड़ी जावे, मत्था रगड़ी जावे। बाणी तेनू जो कहिंदी है उदों तू अकल दा जिंदरा मार के चुप करके सुन के ते घर नूं चले जावे, असर कोई ना होवे। बाणी पढ़ रब दे घर च आ अकल दे नाल अपनी उस जिहड़ी है बुद्धि वरत। एक गल कह के मैं अगे चला, कई बारी असीं कह देने नहीं जी परमात्मा जो करदा है। मैं अक्सर उदाहरण देना ना, साडे कोल आ लाइट चल रही है, तुसी कोई शू लाओगे प्लग दे विच बत्ती कोई पक्खा लाउण वास्ते, तुहानूं पता ना शू इहनूं प्लास्टिक तो फड़ के लाओगे। साडियां जेबां च सलाइयां हुंदियां सरदार बंदियां दे, कदी किसी ने सलाई वाड़ी सिद्धी, क्यों अकल नहीं हैगी। सानूं पता है मैं सलाई वाड़ांगा, लोहे की चीज़ वाड़ांगा, करंट पैंदा, उत्थे तुहाडी अकल काम करदी है। जदों गुरु कोल आउंदे जी उदों अकल दे दरवाजे बंद हो जाते हैं। याद रखियो परमात्मा ने बुद्धि दी है, इहदा इस्तेमाल करने वास्ते दी हुई है। सो मैं गल नेड़े रखा, कबीर साहब कह लगे कलमा अकल है जाने, कलम पढ़ी दा जिहड़ा नमाज अदा कीती दा तां फायदा है जे तू अकल दे नाल खुदा नूं उस अल्लाह नूं जान लेना है। पांचो मुस मुसल्ला बिछावै, पांचों का अर्थ करांगे पंज, भाव अर्थ करांगे विकार। मुस का अर्थ हुंदा ठगना, भाव अर्थ करांगे मार के काबू करके। कहंदे पंज विकारां नूं तू काबू कर ला, ये तेरा मुसल्ला हो जाएगा। मुसल्ला उस कपड़े नूं साफे नूं कहिंदे ने जिहड़ा नमाज अदा करन वेले चटाई अपने थल्ले विछाई जाती है। तुसीं कदी भी मुसलमान नूं वेखिओ जदों नमाज अदा करदा एक उन्हां कोल चटाई छोटी जी हुंदी है जिन्ने थां ते वो बैठ सकदे ने, उहनूं मुसल्ला कहिंदे ने। कबीर साहब कह लगे पांचों मुस मुसल्ला बिछावै, कहंदे पंज विकारां नूं मार देना ही असली मुसल्ला है। तब तो दीन पछाने, दीन दा अर्थ होइओ धर्म। कहंदे जे तू पंजां विकारां नूं काबू कर लिया तू धर्मी है, जे तेरे अजे विकार ही काबू नहीं होए फिरदे तो तू कदा धर्मी हो गया। तो दीन पछाने, अगे कह लगे खसम पछान, तरस कर जी मह, जी का अर्थ करांगे जीवां दे विच। कह लगे जे तू परमात्मा नूं पछानना है ना तो सब तो पहला इउं कर जिहड़े रब दीआं बनाईआं होईआं दातां ने ना इन्हां दे उत्ते तरस कर। ये इन्हां दे विच कई मुसलमानां दे विच जां हिंदू मत कुछ इहो जिहियां रीतां ने जिन्हां दे विच बंदा मरण तक आ जांदा, ये इन्ना क अपने आप नूं कोंदे पए ने। इस्लामी मत दे विच अरब कंट्रियां दे विच अजे भी कुछ इहो जिहे कानून ने जिन्हां नूं वेख के कई वारी बंदा थर थर कंब जांदा है। कबीर साहब कहंदे तेरा ये धर्मी होने का फायदा कि तू खसम नूं कित्थों, मालक नूं कित्थों पछाणेगा जे तेरे अंदर तरस ही कोई नहीं आया, जे तेरे अंदर दया कोई ना आई। कह लगे खसम पछाण तरस कर जी मह, कहंदे जीवां दे उत्ते जिहड़ा तरस कर, उन्हां दे उत्ते रहमत कर, तां तू खसम नूं पछाण सकेगा। ते अगे कह लगे मार मणी कर फीकी, फीकी का अर्थ करांगे फिक्की कर दे बिल्कुल हल्की जी समझ ला। मणी का अर्थ करांगे मान अहंकार। कहंदे जिहड़ा हंकार चुक्की फिरदा ना मैं धर्मी हाँ, मैं काजी हाँ,
मेरे वर्गा रब का बंदा कोई नहीं। कहते इनू फिक्का जिहा बना के ते खत्म करके अपने तो दूर कर दे। आप जनाए अवर कौ जानै, कहते पहला अपने आप नू तू समझा ला कि तू रब का बंदा है, तू कसाई नहीं हैगा। अजे धर्मी कसाई बनी फिरदा है, ना धर्म का है पर काम कसाइयां वाले तुर करी फिरदा है। कह लगे नहीं आप जनाए, अपने आप नू जना तू कौन है, मान तू जोत स्वरूप है, अपना मूल पछाण। आप जनाए अवर कौ जाने, आप समझ ते दूजियां नू समझा। जो तेन इस गल का पता लग गया ना, कह लगे तब होए पिस्त शरीकी। एक साडा कल्चर पंजाबी कल्चर का शब्द सी जी शरीक, ਇਹਦਾ आखरी अर्थ ਹੁੰਦਾ हिस्सेदार। जिमें दो भरा ने सके ਵਿਆਹੇ ਜਾਂਦੇ ਨੇ, ਵੱਡੇ ਹੋ ਜਾਂਦੇ ਨੇ ਤੇ ਉਹ ਬੱਚੇ ਉਹਨਾਂ ਦੇ ਅਲੱਗ-ਅਲੱਗ ਹੋ ਗਏ, ਗਾਂ ਧੀਆਂ ਪੁੱਤ ਬਣ ਗਏ, ਹੈ ਨਾ, ਪਰਿਵਾਰ ਬਣ ਗਿਆ। ਅਸੀਂ ਕੀ ਕਹਿੰਦੇ, ਸਾਡਾ ਕੀ ਹੈ, ਸ਼ਰੀਕਾ ਭਾਈਚਾਰਾ। ਸ਼ਰੀਕੇ ਦਾ ਅਰਥ ਹੈ ਉਹ ਜਿਹੜਾ ਅੱਧ ਦਾ ਹਿੱਸੇਦਾਰ ਹੈ ਵਿਚਲਾ। ਅਸਲ 'ਚ ਸ਼ਰੀਕੇ ਦਾ ਅਰਥ ਇਹ ਹੁੰਦਾ ਹੈ ਵੀ ਜਿਵੇਂ ਭਰਾ ਸੀ ਦੋਵਾਂ ਦੇ ਪਰਿਵਾਰ ਅਲੱਗ-ਅਲੱਗ ਹੋ ਗਏ, ਧੀਆਂ ਪੁੱਤਰਾਂ ਦੋਤਿਆਂ ਵਾਲੇ ਹੋ ਗਏ, ਪੋਤਰਿਆਂ ਵਾਲੇ ਹੋ ਗਏ, ਇੱਧਰ ਵੀ ਹੋ ਗਿਆ ਇੱਧਰ ਵੀ ਹੋ ਗਿਆ। ਹੁਣ ਵਿੱਚ ਦੋਵਾਂ ਨੂੰ ਇੱਕ ਸ਼ਬਦ ਜੋੜਦਾ, ਉਹ ਹੈ ਸ਼ਰੀਕਾ। ਭਾਵ ਦੋ ਭਰਾਵਾਂ ਨੇ ਪਿਓ ਦੀ ਜ਼ਮੀਨ ਸੀ ਬਰਾਬਰ ਵੰਡੀ, ਉਹਨੂੰ ਸ਼ਰੀਕਾ ਕਿਹਾ ਜਾਂਦਾ ਹੈ। अर्थ करांगे हिस्सेदार, इत्थे अर्थ भी शरीकी का अर्थ करांगे हिस्सेदार। कह लगे आप जनाए अवर कौ जाने, जे तू अपने आप नू समझ के दूजियां नू रब दी गल समझा देना है ना, तो काजी एक गल याद रखी, तब होए पिस्त शरीकी, तां तू बिस्त दा हिस्सेदार, भाव तां तू स्वर्गां दे विच जा सकदा है जे तैनू अल्लाह दी समझ लगदी है। ते जे तैनू अल्लाह दी समझ नहीं तो तू स्वर्गां ते मल ना मार। ये ना कही जा मैं बहिश्त दे विच जावांगा, इहदे नाल दा भुलेखा मन चों कढ दे। अखीर ते कह लगे माटी एक भेख धर नाना, कह लगे इक्को माटी, माटी का अर्थ है भांडा, कल भी आप अर्थ किए सन। कहते इक्को ही भांडे दे इक्को ही मिट्टी तो भाव पंजा तत्तां तो ही भेख कर नाना। इत्थे नन्ने नू भारा करके पढ़ना है, नन्ने नू करना तो नन्ने नू करना, नाना ना बना दे, वो रिश्ता हुंदा अपना। नाना, नाना का अर्थ है कई भांत कई तरीके। कह लगे माटी एक इक्को ही माटी तो पंजा तत्तां तो भेख धर नाना, परमात्मा ने कई भेखां दे विच जीवां नूं पैदा कीता होया है, तां मैं ब्रह्म पछाना। उन्हां सारियां भेतां नूं समझ के तू परमात्मा नूं समझण दा यतन कर। जे तू परमात्मा नूं समझ लिया, असली मोमन होएगा, असली काजी होएगा, तू परमात्मा अल्लाह दे सिद्धांत नूं समझ लएगा। पर मुसलमान की कहंदे सन, कहंदे सर हिंदू काफर है, जिहड़ा साडी शरह के मुताबिक नहीं चलदा वो काफर है, वो अल्लाह ताला दे घर च परवाह नहीं हो सकदा। कबीर साहब कहंदे इस सोच नूं छड्ड, तू परमात्मा ने इक्को ही मिट्टी तो पंजां तत्तां तो बनाए। एक गल याद रखियो, जिहड़े लोग धर्म के नाँ ते लड़दे ने ना, उन्हां दे लई ये बड़ा वधिया फार्मूला है उन्हां नूं समझाउण वास्ते। तुसीं कोई भी मनुख लै लो, साबत सूरत, साबत सूरत दा अर्थ हुंदा जिद्दां दा परमात्मा ने बनाया है। वो किसी दे ठप्पा थोड़ी लगा कि ये हिंदू है, ये मुसलमान है, ये जैनी है, ये बोधी है। साडे धर्म के जिहड़े पहरावे ने उन्हां दे मुताबिक, शरीर के मुताबिक असीं कह दिंदे कोई ये अमरधारी या दाढ़ी वाला बैठा है, जिवें आपां बैठे हैं, ये कहा जा सकदा ये सिख ने। इसे ही दाढ़ी नूं फड़ के इदां मुट्ठी दे विच बंद करके ना, जिहड़े थल्लियों वाल वधदे ने, मेरे तां चलो छोटा जिन्हां दे लंबे हो जांदे ने, थल्लियों कट दिता, मुच्छां नूं मूँह दे विच जिन्नियां आउंदियां ने उन्हां नूं कट दिता लबा तक, उहनूं कहिंदे ने ये मुसलमान है। भेख ही बदलिया ना, दाढ़ी कटती मुच्छां कटती मुसलमान बन गया। उन्हें फड़ के दाढ़ी मुछ भी कट दी, सिर तो सारा कुछ कट के इत्थों बोधी कट ली, की कहने आपां ये ब्राह्मण है। उन्हें की कीता, सिर दे विच सुआह पा के अंगियार पा के कल्ला कल्ला वाल पुटदा, असीं की कहने ये की है, जैनी। ये किन्ने बनाए, ये आपां बनाए ना। परमात्मा ने एक इंसान बनाया सी, परमात्मा ने एक धर्म बनाया सी, वो इंसानियत दा सी। असीं इंसानियत दे धर्म नूं रोल के जिहड़ा सी अपने अपने कारोबारां दे धर्म चला के शुरू कर दिते। असीं लड़दे अज धर्म दे नां दे उत्ते, पर याद रखियो धर्म के नाँ से अज लड़ाई कोई नहीं। जे तुसी गुरमत का फलसफा समझोगे ना, गुरमत सारिਆਂ ਨੂੰ अपने कलावे च लैंदी। हुण ये जिन्ने भी शब्द पढ़े ने सारे इस्लामी मत दे ने, हिंदुआं दे ग्रंथां च नहीं तुहानूं मिलणगे, ये होर किसी ग्रंथ च नहीं। ये गुरु ग्रंथ साहिब की वडियाई है, इन्हां सारिਆਂ ਨੂੰ बराबरता ही दित्ती है। ਇਹਦਾ भाव सी जे तू मुसलमान है आ तेरे वास्ते भी ਜਿਹੜੀ है उपदेश है, जे तू हिंदू है आ तेरे वास्ते भी उपदेश है, जैनी बोधी है कोई भी है आ तेरे वास्ते भी उपदेश है। क्योंकि बाणी जिहड़ी उपदेश करती है, धर्म के नाँ से लड़ाउंदी कोई नहीं। पर अज असी लड़ते पे हैं, अज असी धर्म के नाँ से बखरेवे पाए हुए हैं। इन्हूं मैं होर सौखा समझा दा। अज जिवें साडे बच्चे, चलो खास करके जिहड़ियां साडीआं धीआं ने, जे पहरावा जिवें अजकल हो गया, जो रलदा मिलदा तुसीं पाई जांदे जे। एक कुड़ी जां कुछ कुड़ियां पीजी दे विच रहिंदियां ने, एक होस्टल दे विच रहिंदियां ने इकट्ठियां,
ਇੱਕੋ ਜਿਹੇ ਖਾਂਦੀਆਂ ਪੀਂਦੀਆਂ ਨੇ, ਕੱਪੜੇ ਨੇ, ਕਿ ਤੁਸੀਂ ਪਹਿਚਾਨ ਸਕਦੇ ਜੇ ਇਹ ਕਿਹੜੇ ਧਰਮ ਦੀ ਹੈ? ਕੋਈ ਦਾੜੀ ਤੇ ਚੱਲ ਸਾਨੂੰ ਆ ਗਈ, ਅਸੀਂ ਕੱਢ ਦਿੱਤੀ ਜਾਂ ਰੱਖ ਲਈ, ਇਹ ਤੋਂ ਸਰਦਾਰ ਮੁਸਲਮਾਨ ਦਾ। ਬੀਬੀਆਂ ਤੇ ਦਾੜੀ ਆਉਂਦੀ ਕੋਈ ਨਹੀਂ, ਵਾਲ ਬਰਾਬਰ ਦੇ ਵਾਸ ਮੁਸਲਮਾਨਾਂ ਔਰਤ ਵੀ ਰੱਖਦੀ ਹੈ, ਹਿੰਦੂ ਔਰਤ ਵੀ ਰੱਖਦੀ ਹੈ, ਸਿੱਖ ਵੀ ਰੱਖਦੀ ਹੈ, ਜੈਨੀ ਵੀ ਰੱਖਦੀ, ਇਹ ਤੇ ਸਾਰਾ ਕੁਝ ਬਰਾਬਰ ਹੀ ਰੱਖਦੇ ਨੇ ਨਾ। ਤੁਸੀਂ ਕਹਿ ਸਕਦੇ ਵੀ ਆਹ ਧੀ ਮੁਸਲਮਾਨਾਂ ਦੀ, ਆਹ ਸਰਦਾਰਾਂ ਦੀ, ਆਹ ਦੀ, ਕੋਈ ਨਹੀਂ ਹੈਗਾ, ਸਾਰੇ ਇੱਕ ਇਨਸਾਨ ਨੇ। ਪਰ ਇਹਨਾਂ ਧਰਮਾਂ ਦੇ ਨਾਂ ਦੇ ਉੱਤੇ ਅਸੀਂ ਇਨਸਾਨਾਂ ਨੂੰ ਵੰਡ ਕੇ ਅੱਜ ਧਰਮ ਦੇ ਨਾਂ ਦੇ ਉੱਤੇ ਰੋਟੀ ਖਾਧੀ ਜਾ ਰਹੀ ਹੈ। ਬਸ ਮਸਲਾ ਕੇਵਲ ਤੇ ਕੇਵਲ ਇੰਨਾ ਕੁ। ਉਸ ਵੇਲੇ ਗੁਰੂ ਨਾਨਕ ਸਾਹਿਬ ਸਨ ਜਿਹੜੇ ਮਸੀਤ ਦੇ ਵਿੱਚ ਚਲੇ ਗਏ, ਜਿਹੜੇ ਮੰਦਰਾਂ ਦੇ ਵਿੱਚ ਚਲੇ ਗਏ। ਅੱਜ ਜੇ ਸਿੱਖ ਕੋਈ ਮੰਦਰ 'ਚ ਵੜਦਾ ਹੈ, ਮਸੀਤ 'ਚ ਵੜਦਾ, ਅਸੀਂ ਉਸੇ ਵੇਲੇ ਪੰਥ 'ਚੋਂ ਛੇਕਦੇ ਨੇ, ਇਹ ਜੀ ਬੰਦਾ ਦੋਗਲਾ ਹੋ ਗਿਆ। ਇਹ ਬਹੁਤ ਛੋਟੀ ਸਾਡੀ ਸੋਚ ਹੁੰਦੀ ਜਾ ਰਹੀ ਹੈ। ਠੀਕ ਹੈ, ਗੁਰਮਤਿ ਦਾ ਸਿਧਾਂਤ ਕੁਛ ਨਵੇਕਲਾ ਹੈ, ਉਹਨੂੰ ਅਸੀਂ ਸਮਝਣ ਦਾ ਯਤਨ ਕਰੀਏ। ਮੈਂ ਸਮਾਪਤੀ ਵੱਲ ਆਵਾਂ, ਮੇਰਾ ਅਜੇ ਵਿਸ਼ਾ ਨਹੀਂ। ਇੱਥੇ ਕਬੀਰ ਸਾਹਿਬ ਕਹਿ ਲਗੇ, ਤੂੰ ਕੰਮ ਕਰਿਆ ਕਰ, ਇੱਕ ਹੀ ਭਾਂਡੇ ਤੋਂ, ਇੱਕ ਹੀ ਮਿੱਟੀ ਤੋਂ ਸਾਰੇ ਹੀ ਘਾੜਤਾਂ ਨੂੰ ਪ੍ਰਮਾਤਮਾ ਨੇ ਘੜਿਆ ਹੋਇਆ। ਨੱਕ ਬੁੱਲ ਸਾਰਿਆਂ ਨੂੰ ਇੱਕੋ ਜਿਹੇ ਲਾਏ ਨੇ। ਇਹ ਥੋੜ੍ਹੀ ਨਹੀਂ ਵੀ ਹਿੰਦੂ ਨੂੰ 4 ਅੱਖਾਂ ਲਾਈਆਂ ਨੇ, ਮੁਸਲਮਾਨ ਨੂੰ 3 ਲਾਈਆਂ ਨੇ, ਸਾਰਿਆਂ ਨੂੰ ਬਰਾਬਰ ਨੇ ਨਾ। ਕੰਨ, ਨੱਕ, ਅੱਖਾਂ, ਸਾਡਾ ਸਰੀਰ ਫਿਜ਼ੀਕਲ ਬਿਲਕੁਲ ਬਰਾਬਰ ਹੈ, ਸਾਰਿਆਂ ਦਾ ਵਰਗਾ ਇੱਕੋ ਜਿਹਾ ਸੇਮ ਹੈ। ਏਕ ਮਾਟੀ ਤੇ ਮਾਟੀ ਏਕ, ਭੇਖ ਧਰ ਨਾਨਾ। ਹਾਂ, ਇਹ ਠੀਕ ਹੈ, ਕਿਸੇ ਦੀ ਚਮੜੀ ਗੋਰੀ ਹੈ, ਕਿਸੇ ਦੀ ਕਾਲੀ ਹੈ, ਇਹ ਸਾਡੇ এনवायरमेंट ਤੇ ਡਿਪੈਂਡ ਕਰਦਾ। ਜਿੱਦਾਂ ਦਾ ਤੁਸੀਂ ਇਹ ਰਹੋਗੇ ਨਾ ਇਹ ਏਰੀਏ ਦੇ ਵਿੱਚ, ਉਹੋ ਜਿਹਾ ਤੁਹਾਡਾ ਜਿਹੜਾ ਹੈ ਉਹ ਸ਼ਕਲ ਬਣ ਜਾਂਦੀ ਹੈ, ਉਹੋ ਜਿਹਾ ਤੁਹਾਡੇ ਬਾਡੀ ਦੀ ਜਿਹੜੀ ਸ਼ੇਪ ਬਣ ਜਾਂਦੀ ਹੈ। ਉਹ ਇਹ ਸਾਡੇ ਸੰਸਾਰ ਦਾ, ਇਹ ਪ੍ਰਮਾਤਮਾ ਵੱਲੋਂ ਨਹੀਂ ਹੈ। ਮਾਟੀ ਏਕ ਭੇਖ ਧਰ ਨਾਨਾ, ਤਾਂ ਮਹਿ ਬ੍ਰਹਮ ਪਛਾਨਾ। ਤੂੰ ਸਾਰਿਆਂ ਦੇ ਵਿੱਚ, ਸਾਰੇ ਜੀਵਾਂ ਦੇ ਵਿੱਚ ਇੱਕ ਬ੍ਰਹਮ ਨੂੰ ਪਛਾਣ, ਤੂੰ ਤਾਂ ਕਾਜੀ ਹੈ। ਨਹੀਂ ਤੇ ਤੁਸੀਂ ਕਰਦੇ ਕੀ ਜੇ? ਕਬੀਰ ਸਾਹਿਬ ਅਖੀਰ ਤੇ ਕਹਿੰਦੇ, ਕਹੇ ਕਬੀਰਾ ਭਿਸਤ ਛੋੜ ਕਰ। ਕਬੀਰ ਸਾਹਿਬ ਕਹਿੰਦੇ, ਭਲਿਆ ਤੂੰ ਗੱਲ ਸੁਣ, ਤੂੰ ਕੀ ਕਰਦਾ ਕਿ ਬਹਿਸਤ ਦੀ, ਸਵਰਗ ਦੀ, ਰੱਬ ਦੇ ਘਰ ਦੀ ਗੱਲ ਛੱਡ ਕੇ ਨਾ ਦੋਜਕ ਸਿਉ ਮਨ ਮਾਨਾ, ਉਹ ਕੰਮ ਕਰੀ ਜਾਣਾ ਜਿਨ੍ਹਾਂ ਨੇ ਤੈਨੂੰ ਦੋਜਕ ਵੱਲ ਖੜਨਾ ਹੈ। ਉਹ ਕੰਮ ਕਰੀ ਜਾਣਾ ਜਿਹਦੇ ਨਾਲ ਅੱਲਾਹ ਤਾਲਾ ਦੇ ਘਰ ਦੇ ਵਿੱਚੋਂ ਤੈਨੂੰ ਫਟਕਾਰਾਂ ਪੈਣਗੀਆਂ। ਇਸ ਕਰਕੇ ਉਹ ਕੰਮ ਛੱਡ ਕੇ ਉਹ ਨੇਕ ਕਰਮ ਕਰ ਜਿਹਦੇ ਨਾਲ ਅੱਲਾਹ ਤਾਲਾ ਦੇ ਨਾਲ ਤੇਰੀ ਬਣ ਆਵੇ। ਸੋ ਇਹ ਸੀ ਪਾਵਨ ਸ਼ਬਦ ਦੀ ਵਿਚਾਰ। ਸਮੁੱਚਾ ਤੱਤ ਭਾਵ ਇਹ ਨਿਕਲਦਾ ਕਿ ਹੇ ਕਾਜੀ, ਤੂੰ ਉਹ ਸ਼ੁਭ ਕਰਮ ਕਰ, ਉਹ ਨਮਾਜ਼, ਉਹ ਰੋਜ਼ੇ ਰੱਖ ਜਿਹਦੇ ਨਾਲ ਅੱਲਾਹ ਤਾਲਾ ਦੇ ਨਾਲ ਬਣ ਆਵੇ। ਜੇ ਤੇਰੇ ਦਿਲ ਦੇ ਵਿੱਚ ਰਹਿਮਤ ਨਹੀਂ, ਤੇਰੇ ਅੰਦਰ ਜਿਹੜੀ ਹੈ ਉਹ ਦਇਆ ਨਹੀਂ, ਤੂੰ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਨਹੀਂ ਵੇਖਦਾ, ਤੇ ਤੂੰ ਸੱਚਾ ਮੁਸਲਮਾਨ ਨਹੀਂ ਬਣ ਸਕਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਮਾਟੀ ਏਕ ਭੇਖ ਧਰ ਨਾਨਾ, ਤਾ ਮਹਿ ਬ੍ਰਹਮ ਪਛਾਨਾ। ਕਹੈ ਕਬੀਰਾ ਭਿਸਤ ਛੋੜ ਕਰ, ਦੋਜ਼ਕ ਸਿਓ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ